ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਅਸੀਂ ਗੁਰਬਾਣੀ ਵਿੱਚੋਂ ਇੱਕ ਬਹੁਤ ਹੀ ਜ਼ਰੂਰੀ ਵਿਸ਼ੇ ਜੋ ਸਾਡੇ ਜੀਵਨ ਨਾਲ ਜੁੜਿਆ ਹੋਇਆ ਹੈ ਸਾਂਝਾ ਕਰਾਂਗੇ। ਇੱਕ ਗੱਲ ਮੈਂ ਇੱਥੇ ਸਾਰਿਆਂ ਨਾਲ ਸਾਂਝਾ ਕਰਨਾ ਚਾਹਨੀ ਹਾਂ ਕਿ ਮੈਂ ਕੋਈ ਕਥਾਵਾਚਕ ਨਹੀਂ ਹਾਂ। ਮੈਂ ਕੋਈ ਇਹ ਨਹੀਂ ਕਿ ਮੈਂ ਬਹੁਤ ਜ਼ਿਆਦਾ ਇਹਦੇ ਵਿੱਚ ਗੁਰਬਾਣੀ ਦਾ ਵਿਆਕਰਣ ਔਰ ਇਹ ਸਭ ਚੀਜ਼ਾਂ ਪੜ੍ਹੀਆਂ ਨੇ, ਸਮਝੀਆਂ ਨੇ। ਹਾਂ, ਪਾਠ ਜ਼ਰੂਰ ਕੀਤਾ, ਗੁਰਬਾਣੀ ਜ਼ਰੂਰ ਪੜ੍ਹਨੀ ਆ, ਸਮਝਣੇ ਦੀ ਜ਼ਰੂਰ ਕੋਸ਼ਿਸ਼ ਕਰਨੀ ਆ। ਤੇ ਜੋ ਵੀ ਮੈਨੂੰ ਸਮਝ ਆਉਂਦਾ ਹੈ, ਜੋ ਵੀ ਇਨਸਾਈਟਸ ਆਉਂਦੀਆਂ ਨੇ, ਉਹ ਮੈਂ ਤੁਹਾਡੇ ਸਾਹਮਣੇ ਸ਼ੇਅਰ ਕਰਨੀ ਆ। ਇਹ ਨਹੀਂ ਹੈ ਕਿ ਜੋ ਮੈਂ ਕਹਿ ਰਹੀ ਹਾਂ ਉਹੀ ਸੱਚ ਹੈ, ਉਹੀ ਠੀਕ ਹੈ, ਉਸ ਤੋਂ ਅੱਗੇ ਕੁਝ ਨਹੀਂ ਹੈ। ਨਹੀਂ, ਬਹੁਤ ਕੁਝ ਹੈ। ਜਿੰਨੇ ਗਹਿਰੇ ਜਾਵਾਂਗੇ ਗੁਰਬਾਣੀ ਵਿੱਚ ਓਨੀ ਸਮਝ ਆਏਗੀ। ਆਪ ਪੜ੍ਹੀਏ ਗੁਰਬਾਣੀ, ਆਪ ਖੋਜ ਕਰੀਏ। ਮੈਂ ਵੀ ਅੱਜ ਤੱਕ ਇਹੀ ਸਮਝਦੀ ਸੀ ਕਿ ਜੋ ਕੋਈ ਸਮਝਾ ਰਿਹਾ, ਕਥਾ ਸੁਣ ਲਈ, ਗੁਰਬਾਣੀ ਵਿਚਾਰ ਸੁਣ ਲਈ ਕਿਸੇ ਕੋਲੋਂ, ਤੇ ਬਸ ਹੋ ਗਿਆ, ਬਸ ਉਹੀ ਸਹੀ ਹੈ। ਲੇਕਿਨ ਜਿਉਂ-ਜਿਉਂ ਆਪ ਪੜਿਆ, ਵਿਚਾਰ ਕਰਨਾ ਸ਼ੁਰੂ ਕੀਤਾ, ਅੰਦਰੋਂ ਧਿਆਨ ਕਰਨ ਤੋਂ ਬਾਅਦ ਜਿਸ ਵੇਲੇ ਗੁਰਬਾਣੀ ਪੜ੍ਹੀ ਤੇ ਸਮਝ ਆਇਆ ਕਿ ਨਹੀਂ, ਇਹਦੇ ਵਿੱਚ ਤੇ ਬਹੁਤ ਜ਼ਿਆਦਾ ਗਹਿਰਾਈ ਹੈ। ਜੋ ਮੈਂ ਸੁਣਿਆ ਸਮਝਿਆ ਉਹ ਨਹੀਂ ਹੈ, ਇਹਦੇ ਵਿੱਚ ਤੇ ਹੋਰ ਬਹੁਤ ਗਹਿਰਾਈ ਹੈ। ਔਰ ਬਹੁਤ ਹੀ ਇਹਦੇ ਵਿੱਚ ਫਿਰ ਬਾਣੀ ਵਿੱਚ ਰਸ ਆਉਣ ਲੱਗਾ, ਬਾਣੀ ਮਿੱਠੀ ਲੱਗਣ ਲੱਗੀ, ਬਾਣੀ ਦੀ ਸਮਝ ਆਉਣ ਲੱਗੀ, ਇਨਸਾਈਟਸ ਅੰਦਰੋਂ ਆਉਣ ਲੱਗੀਆਂ। ਤੇ ਉਹੀ ਮੈਂ ਤੁਹਾਡੇ ਸਾਹਮਣੇ ਨਾਲ ਸ਼ੇਅਰ ਕਰਨੀ ਆ। ਅੱਜ ਦਾ ਵਿਸ਼ੇ ਜਿਹੜਾ ਸਾਡਾ ਕਿ ਆਤਮਾ ਪਰਦੇਸੀ ਹੈ। ਸਾਰੇ ਜਾਣਦੇ ਨੇ ਕਿ ਅਸੀਂ ਇਸ ਸੰਸਾਰ ਤੇ ਪਰਦੇਸੀ ਆ। ਸਾਡਾ ਕੁਝ ਵੀ ਨਹੀਂ, ਅਸੀਂ ਜਾਣਾ ਹੀ ਹੈ, ਪਰਦੇਸ ਵਿੱਚ ਆਏ ਆ ਅਸੀਂ, ਔਰ ਵਪਾਰ ਕਰਨ ਆਏ ਆ। ਹੁਣ ਚੰਗਾ ਵਪਾਰੀ ਤੇ ਆਏ ਕਿ ਜੋ ਕੁਝ ਕਮਾ ਕੇ ਜਾਏ, ਤੇ ਜਿਹੜਾ ਸਭ ਕੁਝ ਗਵਾ ਕੇ ਚਲਾ ਜਾਏ ਉਹਨੂੰ ਕੀ ਕਹੀਏ? ਉਹ ਤੇ ਹਾਰ ਕੇ ਚਲਾ ਗਿਆ, ਸਭ ਕੁਝ ਪੂੰਜੀ ਵੀ ਗਵਾ ਕੇ ਚਲਾ ਗਿਆ। ਔਰ ਇਸ ਸੰਸਾਰ ਦੀ ਸਭ ਤੋਂ ਅਦਭੁਤ ਜਿਹੜੀ ਗੱਲ, ਜਿਹੜੀ ਯਕਸ਼ਰਾਜ ਨੇ ਯੁਧਿਸ਼ਟਰ ਨੂੰ ਪ੍ਰਸ਼ਨ ਕੀਤਾ ਕਿ ਸਭ ਤੋਂ ਅਦਭੁਤ ਕੀ ਹੈ ਇਸ ਸੰਸਾਰ ਵਿੱਚ, ਤਾਂ ਧਰਮਰਾਜ ਯੁਧਿਸ਼ਟਰ ਨੇ ਕਿਹਾ ਕਿ ਹਰ ਇੱਕ ਬੰਦੇ ਨੂੰ ਇਹ ਲੱਗਦਾ ਹੈ ਕਿ ਮੈਂ ਥੋੜੀ ਜਾਣਾ ਹੈ, ਮੈਂ ਨਹੀਂ ਮਰਨਾ, ਬਾਕੀ ਸਭ ਮਰ ਰਹੇ ਨੇ, ਮੈਂ ਥੋੜੀ ਮਰਨਾ। ਆਪਣੀ ਹੱਥੀ ਅਗਨੀ ਦਿੰਦਾ, ਮਰਦੇ ਹੋਏ ਦੇਖਦਾ, ਸ਼ਮਸ਼ਾਨ ਘਾਟ ਤੱਕ ਛੋੜ ਕੇ ਆਉਂਦਾ, ਫਿਰ ਵੀ ਉਹਨੂੰ ਲੱਗਦਾ ਮੈਂ ਥੋੜੀ ਮਰਨਾ। ਔਰ ਇਹ ਸਭ ਤੋਂ ਅਦਭੁਤ ਗੱਲ ਹੈ ਕਿ ਆਪਣਾ ਮਰਨਾ ਇਨਸਾਨ ਭੁੱਲ ਹੀ ਰਹਿੰਦਾ। ਔਰ ਬਾਣੀ, ਗੁਰੂ, ਸੰਤ, ਭਗਤ ਸਾਨੂੰ ਬਾਰ-ਬਾਰ ਯਾਦ ਕਰਾਉਂਦੇ ਨੇ। ਬਾਣੀ ਵਿੱਚ ਤਾਂ ਇਹ ਕਿਹਾ ਗਿਆ ਹੈ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ। ਤੇ ਕੀ ਅਸੀਂ ਪਹਿਲੇ ਮਰਨ ਕਬੂਲ ਕੀਤਾ? ਅਸੀਂ ਤੇ ਜੀਵਨ ਦੀਆਂ ਆਸਾਂ ਹੀ ਇੰਨੀਆਂ ਲਗਾਈਆਂ ਨੇ। ਅਸੀਂ ਤੇ ਕਈ ਸਾਲਾਂ ਦਾ ਇੰਤਜ਼ਾਮ ਕਰਕੇ ਬੈਠੇ ਹਾਂ ਕਿ ਅਸੀਂ ਤੇ ਪੱਟਾ ਲਿਖਾ ਕੇ ਆਏ, ਅਸੀਂ ਤੇ ਜਾਣਾ ਹੀ ਨਹੀਂ, ਅਸੀਂ ਤੇ ਇੱਥੇ ਹੀ ਰਹਿਣਾ। ਨਹੀਂ, ਹਰ ਸਮੇਂ ਮੌਤ ਨੂੰ ਜਿਹੜਾ ਯਾਦ ਰੱਖਦਾ ਨਾ, ਉਹਨੂੰ ਪਰਮਾਤਮਾ ਨਹੀਂ ਭੁੱਲਦਾ। ਇਹ ਬਹੁਤ ਹੀ ਕਹਿਣਾ ਚਾਹੀਦਾ ਸ਼ਾਰਟਕਟ ਹੈ ਕਿ ਬੰਦਾ ਹਮੇਸ਼ਾ ਹਰ ਸਮੇਂ ਯਾਦ ਰੱਖੇ ਕਿ ਕਿਸੇ ਵੀ ਪਲ ਮੈਂ ਚਲੇ ਜਾਣਾ ਹੈ। ਤੇ ਜੇ ਮੈਂ ਚਲੇ ਹੀ ਜਾਣਾ ਹੈ ਤੇ ਜੋ ਮੈਂ ਅਡੰਬਰ ਕੀਤੇ ਨੇ, ਜੋ ਮੈਂ ਧੋਖਾਧੜੀ ਬੇਈਮਾਨੀਆਂ ਕਰ ਰਿਹਾ, ਕਿ ਮੈਂ ਇਹਨੂੰ ਕਰਨੀਆਂ ਚਾਹੀਦੀਆਂ, ਕਿ ਮੈਂ ਕਰਾਂਗਾ। ਹੁਣੇ ਮੇਰੇ ਅਗਰ ਸਵਾਸ ਨਿਕਲ ਜਾਣੇ ਨੇ ਤੇ ਜੋ ਮੈਂ ਕਰ ਰਿਹਾ ਕਰਾਂਗਾ, ਤੇ ਆਪਣੇ ਆਪ ਬੰਦੇ ਦੀ ਗੱਡੀ ਸਹੀ ਰਸਤੇ ਤੇ ਆ ਜਾਏਗੀ। ਤੇ ਆਤਮਾ ਪਰਦੇਸੀ ਹੈ, ਬਾਰ-ਬਾਰ ਗੁਰੂਆਂ ਨੇ ਸਾਨੂੰ ਇਸ ਚੀਜ਼ ਨੂੰ ਸਮਝਾਇਆ, ਬਾਣੀ ਵਿੱਚ ਸਮਝਾਇਆ, ਹਰ ਤਰੀਕੇ ਨਾਲ ਸਮਝਾਇਆ। ਸਾਖੀਆਂ ਨੇ ਐਸੀਆਂ ਬਹੁਤ, ਜਿਹਦੇ ਵਿੱਚ ਸਿੱਖਾਂ ਦੇ ਸਵਾਲਾਂ ਵਿੱਚ ਗੁਰੂ ਸਾਹਿਬ ਨੇ ਸਮਝਾਇਆ ਕਿ ਜਾਣਾ ਹੈ ਇਹ ਸੰਸਾਰ ਛੱਡ ਕੇ, ਪਰਦੇਸੀ ਹੈ, ਅੱਗੇ ਦੀ ਕੁਝ ਚਿੰਤਾ ਕਰ ਲਓ, ਅੱਗੇ ਦਾ ਰਸਤਾ ਬਣਾ ਲਓ, ਅੱਗੇ ਦੀ ਕਮਾਈ ਕਰ ਲਓ। ਆਤਮਾ ਜਿਹੜੀ ਹੈ ਨਾ, ਬਹੁਤ ਅਦਭੁਤ ਅਜਨਬੀ ਯਾਤਰੀ ਹੈ ਇਸ ਧਰਤੀ ਤੇ। ਔਰ ਆਤਮਾ ਨੂੰ ਪਤਾ ਹੈ ਕਿ ਮੈਂ ਯਾਤਰਾ ਕਰਨ ਆਈ ਹਾਂ, ਔਰ ਇਸ ਧਰਤੀ ਤੇ ਉਹ ਸਿੱਖਣ ਆਈ ਹੈ, ਖੱਟੇ ਮਿੱਠੇ ਕੌੜੇ ਕਈ ਤਰ੍ਹਾਂ ਦੇ ਅਨੁਭਵ ਲੈਣ ਆਈ ਹੈ। ਲੇਕਿਨ ਮੋਹ ਮਾਇਆ ਦੇ ਜਾਲ ਵਿੱਚ ਫਸ ਕੇ ਭੁੱਲ ਹੀ ਜਾਂਦੀ ਹੈ ਕਿ ਮੈਂ ਅਜਨਬੀ ਹਾਂ। ਔਰ ਉੱਤੇ ਮਨ ਦਾ ਪਰਦਾ ਐਸਾ ਗਹਿਰਾ ਪੈ ਜਾਂਦਾ ਹੈ ਕਿ ਮਨ ਜਿਹੜਾ ਹੈ ਉਹ ਹਾਵੀ ਹੋ ਜਾਂਦਾ ਆਤਮਾ ਤੇ ਉਹਨੂੰ ਜਾਗਣ ਹੀ ਨਹੀਂ ਦਿੰਦਾ। ਤੇ ਮਨ ਨਾਲ ਹੀ ਅਸੀਂ ਜੀਵਨ ਜੀ ਕੇ ਚਲੇ ਜਾਂਦੇ ਹਾਂ। ਔਰ ਗੁਰਬਾਣੀ ਵਿੱਚ ਬਹੁਤ ਪਿਆਰੇ ਪਿਆਰੇ ਸ਼ਬਦ ਆਉਂਦੇ ਨੇ, ਬਹੁਤ ਸੌਖੀ ਭਾਸ਼ਾ ਵਿੱਚ, ਬਹੁਤ ਸੌਖੇ ਸ਼ਬਦਾਂ ਵਿੱਚ ਗੁਰੂਆਂ ਨੇ ਸਾਨੂੰ ਸਮਝਾਇਆ। ਕੋਈ ਬੜੀ ਔਖੀ ਭਾਸ਼ਾ ਵੀ ਨਹੀਂ, ਔਖੇ ਅੱਖਰ ਵੀ ਨਹੀਂ ਜਿਹੜੇ ਸਾਨੂੰ ਸਮਝ ਨਾ ਆਣ। ਹੁਣ ਜਿਸ ਵੇਲੇ
आत्मा जिहड़ी है वो परमात्मा तो एक प्रकाश पुंज तो एक कण अलग होया, आत्मा बनी। और आत्मा ने देखा मैं ते वही प्रकाश जिहड़ा प्रकाश पुंज दा वही मेरा प्रकाश है। ते आत्मा ने कहा मैं ते प्रकाश रूप हाँ, मैं ते प्रकाश रूप हाँ, मैं जान लिया अपने आप नूं। परमात्मा ने कहा इस तरह नहीं, तू धरती ते जा, धरती की यात्रा करके आ, फिर आके कहीं कि मैं अपने आप नूं जान लिया। ऐसे ही प्रकाश रूप विच फिर आके कहीं कि मैं अपने आप नूं जान लिया, ता पता चलेगा तू जानिया। ते आत्मा कहती मैं जानी है, बहुत सौखा है। और आत्मा जिस वेले ए शरीर बनाया गया और परमात्मा ने आत्मा नूं कहा दे अंदर प्रवेश कर, ते जिस वेले आत्मा ने देखिया कि हनेरा ही हनेरा, मैं ते एकदम कैद हो जावांगी इहदे विच, ते आत्मा ने मना करता मैं नहीं इहदे अंदर जावांगी। परमात्मा ने आत्मा नूं फिर बहुत शक्तियां दित्तियां, इत्थों तक कि परमात्मा ने कहा तू मेरा ही रूप है, तू जा, तू अपने आप नूं जान के फिर वापस आ। ते आत्मा ने देखिया इहदे च इन्ना हनेरा मैं नहीं जाना। फिर परमात्मा ने कहा कि मैं तेनू अनहद नाद दिता। देवी देवतियां नूं कहा कि ऐसा नाद बजाओ और यह नाद हर वक्त परमात्मा परमात्मा दा नाद आत्मा नूं सुनाई देगा, ते इस नाद विच आत्मा मस्त रहेगी। ते परमात्मा ने कहा एक बारी तू शरीर दे अंदर जाके वेख और नाद सुन के वेख। और ए कोई मैं वैसे कोलो नहीं बना रही, ए साखी है श्री गुरु नानक देव जी दी। जिस वेले बगदाद दे पीरां ने कहा सी कि तुसी इत्थे संगीत ना बजाओ, तां उस वेले श्री गुरु नानक देव जी ने उन्हां नूं कहा सी कि संगीत दे नाल ही रूह ने इहदे विच प्रवेश कीता है शरीर विच। ते परमात्मा नाल जोड़न दा संगीत मना नहीं है, परमात्मा नालों तोड़न दा संगीत मना है। ते आत्मा ने जिस वेले शरीर च प्रवेश किया ते परमात्मा ने फरिश्तियां नूं कहा बंद कर दो संगीत, हुण अंदर रह के संगीत सुने। ते आत्मा जिहड़ी फिर वो शरीर दे विच प्रवेश कर गई। हुण आत्मा ने जिहड़े पंज तत्तां दा शरीर बनिया, आत्मा ने शरीर कोलों पुछया, पंज तत्तां कोलों सवाल किया कि मेरे नाल चलियो तुसी धरती ते अनुभव लैण, तुसी मेरी मदद की करोगे। असी किसी नाल जाने ते असी कहने तू मेरी उत्थे की मदद करेगा। ते इसे तरह आत्मा ने पूछा मेरी की मदद करोगे पंज तत्तां कोलों। ते चार तत्त जिहड़े सी उन्हां नूं ते जवाब नहीं आया। ते जिहड़ा पानी तत्त है, पानी तत्त ने कहा कि मैं तेनू परमात्मा याद करावांगा, क्योंकि शरीर विच 72% पानी है, 12% धरती दा तत्त है, 6% हवा, आकाश तत्त 6%, 4% अग्नि तत्त। और यह पंज तत्तां दा शरीर बनिया और पंज तत्तां दा ही साडा सूक्ष्म तत्तां नाल है ना, पंजां तत्तां नाल साडा मन भी बनिया। हुण आत्मा आई धरती ते और धरती दे रंग रलियां देखियां, धरती दे अनुभव लेने शुरू किए। और हुण इत्थे शरीर और आत्मा दा आपस विच गलबात चलदी है, जिहड़ी कि शब्द है गुरबाणी दा। हुण शरीर आत्मा नूं कहंदा है कि तेरे नाल ते बड़े सुख आनंद ने, बड़े भोग ने, ते तू मैनू छड्ड के नहीं जाना। तू मैनू वचन दे कि तू मैनू छड्ड के नहीं जाना, क्योंकि तेरे बिना ते मेरी कोई वैल्यू ही नहीं है। ते वो बहुत ही प्यारा शब्द है गुरबाणी, तुसीं थोड़ा ध्यान नाल सुनोगे ते तुहानूं वैसे ही समझ आ जाएगा। ते शरीर जिहड़ा है वो आत्मा नाल की गलबात करदा है। हुण इत्थे गुरु साहब ने ऐसा एक नक्शा सानू दिखाया है कि जेड़ा शरीर है यह पत्नी है और जेड़ी आत्मा है यह पति है। जिस तरह पति पत्नी आपस में गलबात करते हैं, इस तरह शरीर और आत्मा आपस में गलबात कर रहे हैं। ते शरीर रूपी पत्नी जेड़ी है ये आत्मा नू कहंदी है कि तू मेरे नाल ही रह। तन कहे तू बस मैं नाले, तू मेरे नाल ही रह। प्रिय सुखवासी बाल गोपाले, तू मेरा प्यारा, असी दोनों सुख नाल इत्थे वसदे पे रहांगे, तू मेरा सब कुछ तू ही है। प्रिय सुखवासी बाल गोपाले, तुझे बिना हो किथी ना लेखे, वचन दे छोड़ ना जासा है। तेरे बिना ते मेरी कोई कदर ही नहीं, कोई कीमत ही नहीं है। मैनू वचन दे कि तू मैनू छड्ड के नहीं जाएगा। तुझे बिना हो किथी ना लेखे, वचन दे छोड़ ना जासा है। अगो आत्मा की जवाब देंदी है, फिर कहा हो हुक्मी बंदा। जेड़ा पति रूपी आत्मा है वो कह रही है कि मैं तो हुक्म दा बंदा, हुक्म दा बन्निया होया। ओ पारो ठाकुर जिस कान ना छंदा, ओ जेड़ा परमात्मा जेड़ा मेरा ठाकर है, जेड़ा मेरा मास्टर है, ओनू किसी दा डर नहीं है, ओ किसी ते निर्भर नहीं है, ओदा हुक्म चलदा है ते मैं ओदे हुक्म दा बन्निया होया वां। जिचर राखे तिचर तुम संग रहना, जा सदे ता ऊठ सिदासा है।
जिन्नी देर वो मैनू इजाजत देगा, जिन्नी देर वो चाहेगा मैं तेरे नाल रवांगा, जिस वेले उन्हें मैनू बुलाना मैं छड्ड के चले जाना, मैं फिर रह नहीं सकता, फिर मैं उठ के चले जाना है, क्योंकि मैं ओदे हुक्म दा बन्निया होया, मेरे वस विच नहीं है कि मैं तेनू वचन दिया कि मैं तेरे नाल ही रवां। लेकिन जिस वेले ये गलबात हुई और आत्मा ने सच दसिया, जो प्रिय बचन कहे धन साचे, आत्मा ने, आत्मा रूपी परमात्मा ने शरीर रूपी पत्नी नू सच दसिया कि मेरे वास दा नहीं है, मैं वचन नहीं दे सकता, मैं ते परमात्मा दे हुक्म दा बनना आया, जिस वेले उन्हें मैनू बुलाना मैं उस टाइम चले जाना है। धन कछु न समझे चंचल काचे, हुण जेड़ी शरीर रूपी पत्नी है ओदी मत कच्ची है, चंचल है बहुत, ते ओनू को समझ ही नहीं आती, ओ जो कह रही आत्मा ओनू समझ नहीं आती। बहर बहर फिर ही संग मांगे, ओही बात जाने कर हासा है। वो बार बार कह रही तू मैनू वचन दे, तू मैनू वचन दे, वो समझ ते मजाक कर रहा है, इस तरह थोड़ी छड्ड के चला जाएगा, किस तरह छड्ड के चला जाएगा, ते मेरे ना मजाक कर रहा है। बहर बहर फिर ही संग मांगे, बार बार वो कह रही मेरे नाल ही रह, मेरे नाल ही रह, वही बात जाने कर हासा है, वो समझ रहे थे हंसी मजाक कर रहा है, मेरे नाल किस तरह चला जाएगा छड्ड के, थोड़ी छड्ड के चला जाएगा। लेकिन हुंदा वो ये जो आत्मा शरीर नू समझाती है, आई आज्ञा पिरों बुलाया, आज्ञा आ गई, परमात्मा ने बुला लिया आत्मा नू, ना धन पूछी ना मता पकाया, हुण ओनू ते टाइम ही नहीं मिलिया कि वो शरीर रूपी जेड़ी पत्नी है ओनू दसे, ओदे नाल सलाह करे या कोई गल करे, ओनू बिल्कुल एक क्षण का भी टाइम नहीं मिलिया, ना पूछया ना दसिया ना कोई सलाह की, ना धन पूछी ना मता पकाया, ना ओदे कोई विचार जानिया, ऊठ सिधायो छूटर माटी, देख नानक मिथन मुहासा है, वो उठया और चला गया, शरीर नू छड्ड दिता। हुण ओ जेड़ा शरीर है, शरीर रूपी जेड़ी पत्नी है, हुण ओ फिर मिट्टी विच मिल गई। ते श्री गुरु नानक देव जी कहते ने कि यह जेड़ा भ्रम बनिया होया सी कि असीं इकट्ठे ही रहना है शरीर नू, और यह जेड़ा ओदा भावनावां दा ओदे नाल जुड़ाव सी, जड़ियां आशा बन के शरीर रूपी पत्नी बैठी सी, वो सब मिट्टी च मिल गईयां, ये सारा ड्रामा खत्म हो गया। ये हुण शरीर दी और आत्मा दी गलबात हुई है। शरीर ने क्या मेरे नाल ही रह, ते आत्मा ने क्या मैं नाल नहीं रह सकती, जिस वेले बुलाएगा मैं वापस जाना ही जाना है। हुण एक दूजे शब्द विच जीव आत्मा नाल पूर्ण आत्मा गल करदी है। इत्थे वैसे मैं एक वीडियो बनाया मेरे चैनल ते वे पूर्ण आत्मा और जीव आत्मा, तुसीं देख सकते हो ते तुहानूं ओहदे नाल क्लैरिटी मिलेगी। थोड़ा जिहा मैं इत्थे दस दियां कि जिस वेले आत्मा धरती ते आंदी है, पूरी दी पूरी धरती ते आत्मा नहीं आंदी, क्योंकि ओहदा प्रकाश ही इन्ना है, और धरती दी जेहड़ी वाइब्रेशन है, जेहड़ी ऊर्जा है, जेहड़ा ਇੱਥੇ ਪਦਾਰਥ ਦਾ ਜਿਹੜਾ ਜੋਰ ਹੈ, ਤੇ ਉਹਦੇ ਵਿੱਚ ਉਹਨੂੰ ਆਤਮਾ ਨੂੰ ਆਪਣੇ ਪ੍ਰਕਾਸ਼ ਨੂੰ ਘਟਾਉਂਦੇ ਘਟਾਉਂਦੇ ਇਸ ਸਰੀਰ ਵਿੱਚ ਸੀਮਿਤ ਕਰਨਾ ਪੈਂਦਾ ਹੈ, ਤੇ ਉਹ ਪੂਰਨ ਆਤਮਾ ਉੱਤੇ ਹੀ ਰਹਿੰਦੀ ਹੈ, ਤੇ ਉਹਦਾ ਇੱਕ ਅੰਸ਼ ਜੀਵ ਆਤਮਾ ਬਣ ਕੇ ਇਸ ਸਰੀਰ ਵਿੱਚ ਪ੍ਰਵੇਸ਼ ਕਰਦਾ ਹੈ। ਹੁਣ ਪੂਰਨ ਆਤਮਾ, ਪਹਿਲੇ ਅਸੀਂ ਦੇਖਿਆ ਸਰੀਰ ਔਰ ਆਤਮਾ ਨੇ ਆਪਸ ਚ ਗੱਲਬਾਤ ਕੀਤੀ, ਹੁਣ ਪੂਰਨ ਆਤਮਾ ਔਰ ਜੀਵ ਆਤਮਾ ਆਪਸ ਵਿੱਚ ਗੱਲਬਾਤ ਕਰਦੇ ਨੇ। ਜਿਹੜੀ ਉੱਤੇ ਆਤਮਾ ਦਾ पूर्ण आत्मा है, वो अपने अंश जीव आत्मा नाल गल करदी है कि तू किहड़े चक्रां च इत्थे आके पै गया, मेरे जी अड़िया परदेसिया कि तपवे जंजाले राम, मैं किहड़े जंजालां च पै गया, तू ते परदेसी है, हे जीव आत्मा तू ते परदेसी है, ते तू इत्थे आके किहड़े जंजालां च पै गया। साचा साहिब मन वसे कि फासे जंजाले राम, ये क्यों तू काल दे जाल विच फस गया, परमात्मा नू मन विच वसा, तू करन ते आया, ते इत्थे आके तू इस ਚੱਕਰ ਮਾਇਆ ਦੇ ਚ ਪੈ ਗਿਆ, ਫਸ ਗਿਆ ਤੂੰ ਇਹਦੇ ਚ ਆ ਕੇ। ਹੁਣ ਉਹ ਕਹਿ ਰਹੇ ਨੇ ਮਛਲੀ ਵੀ ਚੁੰਨੀ, ਉਦਾਹਰਣ ਦੇ ਰਹੇ ਨੇ, ਮਛਲੀ ਵੀ ਚੁੰਨੀ ਨੈਣ ਰੁੰਨੀ ਜਾਲ ਬਦਿਕ ਪਾਇਆ, ਕਹਿ ਰਹੇ ਮਛਲੀ ਬਹੁਤ ਰੋਈ ਜਿਸ ਵੇਲੇ ਉਹਨੂੰ ਪਾਣੀ ਤੋਂ ਅਲੱਗ ਕੀਤਾ ਗਿਆ, ਜਿਸ ਵੇਲੇ ਬਦਿਕ ਨੇ ਆ ਕੇ जाल पाया जीवर ने, और उन्हें मछली ओदे च पकड़ लिया और स्वाद करके मछली पकड़ी गई। संसार माया मोह मीठा अंत भरम चुकाया। ऐसे तरह जिस वेले तेनू काल रूपी जीवर ने आके जाल पाना है, तेनू पकड़ लेना है, कढ़ के शरीर चो लै जाना है, ते संसार दा मोह माया मुठा जेड़ा मीठा मोह तू लगा के बैठी है, सब तेरा भरम दूर हो जाएगा, और सब कुछ इत्थे ही तेरा खत्म हो जाएगा। ये सिर्फ माया दा एक ड्रामा है। संसार माया मोह मीठा अंत भरम चुका है, अंत तेरा है भुलेखा दूर हो जाएगा कि मैं किन्हां चक्रां च पै गई, मछली की तरह तू भी पछताएगी।
ਭਗਤ ਕਰ ਚਿਤ ਲਾਏ ਹਰਸਿਓ ਛੋੜ ਮਨੋ ਅੰਦੇਸਿਆ। ਹੁਣ ਪੂਰਨ ਆਤਮਾ ਜੀਵ ਆਤਮਾ ਨੂੰ ਕਹਿ ਰਹੀ ਹੈ ਕਿ ਤੂੰ ਪਰਮਾਤਮਾ ਦੀ ਭਗਤੀ ਕਰ, ਆਪਣੀ ਚੇਤਨਾ ਨੂੰ ਪਰਮਾਤਮਾ ਦੀ ਚੇਤਨਾ ਨਾਲ ਜੋੜ ਲੈ। ਇਹ ਬੇਚੈਨ ਮਨ ਦੇ ਭੱਜਦੇ ਹੋਏ ਮਨ ਦੀਆਂ ਇੱਛਾਵਾਂ ਦੇ ਪਿੱਛੇ ਨਾ ਭੱਜ, ਆਸ਼ਾਵਾਂ ਦੇ ਪਿੱਛੇ ਨਾ ਭੱਜ, ਮਨ ਦੀ ਪਰਮਾਤਮਾ ਨਾਲ ਚਿੱਤ ਜੋੜ। ਹੁਣ ਮਨ ਦਾ ਇੱਕ ਹਿੱਸਾ ਹੈ ਚਿੱਤ, ਜਿਹੜਾ ਮਨ ਤੋਂ ਵੀ ਗਹਿਰਾ, ਜਿਹਦੇ ਚ ਸਭ ਸਾਡੇ ਸੰਸਕਾਰ ਸਭ ਜਮਾ ਹੋ ਜਾਂਦੇ ਨੇ। ਹੁਣ ਉਹ ਕਹਿ ਰਹੇ ਨੇ ਪਰਮਾਤਮਾ ਨਾਲ ਚਿੱਤ ਜੋੜ ਲੈ। ਅਗਰ ਅਸੀਂ ਇਹਨੂੰ ਥੋੜਾ ਹੋਰ ਸਮਝੀਏ ਤੇ ਅਸੀਂ ਸਬਕੌਂਸ਼ੀਅਸ ਮਾਈਂਡ ਵੀ ਕਹਿ ਸਕਦੇ ਹਾਂ। ਚਿੱਤ ਪਰਮਾਤਮਾ ਨਾਲ ਜੋੜ ਲੈ। ਜਿਸ ਤਰ੍ਹਾਂ ਇੱਕ ਮਾਂ ਦਾ ਚਿੱਤ ਆਪਣੇ ਬੱਚੇ ਨਾਲ ਜੁੜਿਆ ਹੁੰਦਾ, ਉਹਨੂੰ ਮਾਲਾ ਫੇਰਨ ਦੀ ਲੋੜ ਨਹੀਂ ਪੈਂਦੀ, ਉਹਨੂੰ ਯਾਦ ਹੀ ਹੈ ਆਪਣੇ ਬੱਚੇ ਦੀ, ਆਪਣੇ ਪਤੀ ਦੀ ਯਾਦ ਹੈ, ਆਪਣੇ ਮਾਪਿਓ ਦੀ ਯਾਦ ਹੈ, ਸਾਨੂੰ ਕੋਈ ਮਾਲਾ ਨਹੀਂ ਫੇਰਨੀਆਂ ਪੈਂਦੀ, ਸਾਡਾ ਚਿੱਤ ਜੁੜਿਆ ਹੋਇਆ ਉਹਨਾਂ ਨਾਲ। ਜਿਨ੍ਹਾਂ ਨੂੰ ਅਸੀਂ ਆਪਣਾ ਬਣਾ ਲਿਆ ਉਹਨਾਂ ਨਾਲ ਸਾਡਾ ਚਿੱਤ ਜੁੜਿਆ ਹੋਇਆ। ਤੇ ਇੱਥੇ ਉਹ ਕਹਿ ਰਹੇ ਨੇ ਪਰਮਾਤਮਾ ਨਾਲ ਚਿੱਤ ਜੋੜ, ਭਗਤੀ ਕਰ ਪਰਮਾਤਮਾ ਦੀ। ਇਹ ਫਾਲਤੂ ਦੇ ਮਨ ਦੇ ਧੰਦੇ ਜਿਹੜੇ ਨੇ ਛੱਡ ਦੇ। ਸੱਚ ਕਹੇ ਨਾਨਕ ਚੇਤ ਰੇ ਮਨ ਜੀੜਿਆ ਪਰਦੇਸੀਆ। ਤੂੰ ਇੱਥੇ ਪਰਦੇਸੀ ਹੈ। ਔਰ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ ਕਿ ਮੈਂ ਸੱਚ ਤੈਨੂੰ ਦੱਸ ਰਿਹਾ ਕਿ ਜਾਗ ਜਾ, ਚੇਤ ਜਾ, ਤੂੰ ਇੱਥੇ ਪਰਦੇਸੀ ਹੈ। ਪਰਮਾਤਮਾ ਦੀ ਚਿੰਤਨ ਕਰ, ਆਪਣੀ ਆਤਮਾ ਨੂੰ ਪਰਮਾਤਮਾ ਨਾਲ ਜੋੜ ਤੇ ਉਹੀ ਤੇਰੇ ਕੰਮ ਆਣੀ ਹੈ। ਹੁਣ ਜੀਵ ਆਤਮਾ ਨੂੰ ਪੂਰਨ ਆਤਮਾ ਨੇ ਸਮਝਾਇਆ ਤੇ ਹੁਣ ਜਿਹੜੀ ਆਤਮਾ ਹੈ ਹੁਣ ਉਹ ਸਰੀਰ ਨਾਲ ਗੱਲਬਾਤ ਕਰਦੀ ਹੈ, ਹੁਣ ਉਹ ਸਰੀਰ ਨੂੰ ਸਵਾਲ ਜਵਾਬ ਕਰਦੀ ਹੈ। ਔਰ ਉਹ ਵੀ ਗੁਰਬਾਣੀ ਵਿੱਚ ਹੀ ਸ਼ਬਦ ਹੈ। ਆਤਮਾ ਸਰੀਰ ਨੂੰ ਕਹਿੰਦੀ ਹੈ ਇਹ ਸਰੀਰਾ ਮੇਰਿਆ ਹਰ ਤੁਮੇ ਜੋਤ ਰੱਖੀ ਤਾਂ ਤੂੰ ਜਗ में ਆਇਆ। ਕਿ ਤੇਰੇ ਅੰਦਰ ਤੇ ਪਰਮਾਤਮਾ ਨੇ ਜੋਤ ਟਿਕਾਈ ਆਪਣੀ ਤਾਂ ਤੇ ਤੂੰ ਸੰਸਾਰ ਤੇ ਆਇਆ। ਤੇ ਜਿਨ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ में ਆਇਆ। ਫਿਰ ਦੁਬਾਰਾ ਉਹਨੂੰ ਯਾਦ ਕਰਾ ਰਹੀ ਹੈ ਕਿ ਪਰਮਾਤਮਾ ਨੇ ਆਪਣਾ ਪ੍ਰਕਾਸ਼ ਤੇਰੇ ਅੰਦਰ ਪਾਇਆ ਤਾਂ ਤੈਨੂੰ ਸੰਸਾਰ ਤੇ ਭੇਜਿਆ, ਤਾਂ ਤੂੰ ਜਗ में ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। परमात्मा ही तेरा माता है, परमात्मा ही तेरा पिता है जिन्हें यह संसार पैदा किया और तेनू पैदा किया और तेनू यह संसार दिखाया। तेरे सामने यह संसार दा पर्दा खोलिया, तेनू संसार दिखाया। उन्हें ही सब कुछ बनाया, सृष्टि बनाई, सृष्टि दे जीव जंतु बनाए, तेनू भी बनाया ते तेनू यह संसार दिखाया। गुर प्रसादी बुझिया ਤਾਂ ਚਲਤ ਹੋਆ ਚਲਤ ਨਤਰੀ ਆਇਆ। ਕਹਿੰਦੇ ਨੇ ਗੁਰੂ ਦੀ ਕਿਰਪਾ ਨਾਲ ਤੈਨੂੰ ਇਸ ਚੀਜ਼ ਦੀ ਸਮਝ ਆਏਗੀ, ਸੋਝੀ ਆਏਗੀ ਕਿ ਇਹ ਇੱਕ ਖੇਲ ਹੈ। ਇਟ ਇਜ਼ ਅ ਸ਼ੋ, ਇਟ ਸੀਮਸ ਜਸਟ ਲਾਈਕ ਅ ਸ਼ੋ। ਇਹ ਇੱਕ ਖੇਲ ਹੈ ਜੋ ਤੈਨੂੰ ਖੇਲਣ ਲਈ ਪਰਮਾਤਮਾ ਨੇ ਭੇਜਿਆ। ਇੱਥੇ ਸਦਾ ਰਹਿਣ ਵਾਲਾ ਨਹੀਂ ਹੈ, ਇਹ ਖੇਲ ਖਤਮ ਹੋ ਜਾਏਗਾ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਇਹ ਚਲਦਾ ਰਹੇਗਾ, ਇਹ ਖੇਲ ਜਿਹੜਾ ਇੱਕ ਦਿਨ ਖਤਮ ਹੋ ਜਾਏਗਾ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ में ਆਇਆ। ਕਹਿ ਰਹੇ ਨੇ ਗੁਰੂ ਨਾਨਕ ਦੇਵ ਜੀ ਕਿ ਇਹ ਪਰਮਾਤਮਾ ਨੇ ਸ੍ਰਿਸ਼ਟੀ ਦਾ ਮੂਲ ਰੱਖਿਆ, ਜੋਤ ਤੇਰੇ ਅੰਦਰ ਟਿਕਾਈ ਤਾਂ ਤੂੰ ਜਗ ਵਿੱਚ ਆਇਆ। ਉਹਦੀ ਜੋਤ ਤੋਂ ਬਿਨਾ ਤੂੰ ਨਹੀਂ ਆਇਆ ਜਗ ਵਿੱਚ। ਜੋ ਤੂੰ ਜਗ ਤੇ ਰੰਗ ਰਲੀਆ ਮਾਨ ਰਿਹਾ ਉਹਦੀ ਜੋਤ ਕਰਕੇ ਮਾਨ ਰਿਹਾ। ਜਿਸ ਵੇਲੇ ਆਪਣੀ ਜੋਤ ਖਿੱਚ ਲੇਗਾ ਤੇ ਮਿੱਟੀ ਦੀ ਮਿੱਟੀ ਰਹਿ ਜਾਏਗੀ। ਤੇ ਉਹ ਸਰੀਰ ਨੂੰ ਆਤਮਾ ਸਮਝਾ ਰਹੀ ਹੈ ਕਿ ਪਰਮਾਤਮਾ ਨੇ ਆਪਣੀ ਜੋਤ ਤੇਰੇ ਅੰਦਰ ਟਿਕਾਈ ਹੈ ਤਾਂ ਤੂੰ ਇੱਥੇ ਰੰਗ ਰਲੀਆਂ ਜਿਹੜੀਆਂ ਨੇ ਉਹ ਮਾਨ ਰਿਹਾ। ਤੇ ਹੁਣ ਆਤਮਾ ਸਵਾਲ ਕਰਦੀ ਏ ਇਹ ਸਰੀਰਾ ਮੇਰਿਆ ਇਸ ਜਗ में ਆਏ ਕਿ ਕਿਆ ਤੁਧ ਕਰਮ ਕਮਾਇਆ। ਕੀ ਕਰਮ ਕੀਤੇ ਤੂੰ ਇੱਥੇ ਆ ਕੇ। ਇਹ ਸ਼੍ਰੀ ਗੁਰੂ ਅਮਰਦਾਸ ਜੀ ਦਾ ਸ਼ਬਦ ਹੈ ਆਨੰਦ ਸਾਹਿਬ ਵਿੱਚ ਕਿ ਤੂੰ ਆ ਕੇ ਕੰਮ ਕੀ ਕੀਤੇ ਇੱਥੇ, ਕੀ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ में। ਜਦੋਂ ਦਾ ਤੂੰ ਇਸ ਦੁਨੀਆ ਤੇ ਸੰਸਾਰ ਤੇ ਤੂੰ ਆ ਕੇ ਕੀ ਕਰਮ ਕੀਤੇ, ਕਿਹੋ ਜਿਹੇ ਕਰਮ ਕੀਤੇ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਜਿਸ ਪਰਮਾਤਮਾ ਨੇ ਤੇਰੀ ਰਚਨਾ ਕੀਤੀ, ਤੈਨੂੰ ਸਾਜਿਆ, ਤੈਨੂੰ ਸਵਾਰਿਆ, ਤੂੰ ਉਹਨੂੰ ਮਨ ਵਿੱਚ ਵਸਾਇਆ ਨਹੀਂ। ਮਨ ਚ ਤੂੰ ਸੰਸਾਰ ਨੂੰ ਵਸਾ ਲਿਆ ਤੇ ਹੋਰ ਕਰਮਾਂ ਦੇ ਧੰਦਿਆਂ ਦੇ ਪਿੱਛੇ ਤੂੰ ਪੈ ਗਿਆ। ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ। ਕਹਿੰਦੇ ਨੇ ਕਿ ਗੁਰੂ ਦੀ ਕਿਰਪਾ ਨਾਲ ਉਹ ਪਰਮਾਤਮਾ ਤੇਰੇ ਮਨ ਵਿੱਚ ਵਸੇਗਾ। ਲੇਕਿਨ ਵਸੇਗਾ ਕਿਸ ਤਰ੍ਹਾਂ, ਕਿਉਂਕਿ ਜੋ ਤੂੰ ਕਰਮ ਕੀਤੇ ਨੇ ਉਹਨਾਂ ਕਰਮਾਂ ਕਰਕੇ ਹੀ ਤੈਨੂੰ ਉਹਦਾ ਫਲ ਮਿਲੇਗਾ। ਤਾਂ ਹੀ ਕਿ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕਰਮਾਂ ਕਰਕੇ ਹੀ ਅਸੀਂ ਨੇੜੇ ਆ, ਕਰਮਾਂ ਕਰਕੇ ਹੀ ਅਸੀਂ ਦੂਰ ਆ। ਤੇ ਜਿਹੜੇ ਕਰਮ ਚੰਗੇ ਨੇ ਉਹ ਕਹਿੰਦੇ ਨੇ ਉਹ ਪੂਰਬ ਦੇ ਜਿਹੜੇ ਉਹਨੇ ਅੱਛੇ ਕਰਮ ਕੀਤੇ ਨੇ ਉਹਦੇ ਕਰਮਾਂ ਕਰਕੇ ਉਹ ਪਰਮਾਤਮਾ ਦੇ ਨੇੜੇ ਹੋ ਜਾਂਦਾ, ਪਰਮਾਤਮਾ ਨੂੰ ਪਾ ਲੈਂਦਾ। ਐਸੇ ਵਾਸਤੇ ਸਰੀਰ ਕੋਲੋਂ ਆਤਮਾ ਪੁੱਛਦੀ ਹੈ ਕਿ ਤੂੰ ਕਰਮ ਕੀ ਕੀਤੇ ਆ ਕੇ, ਕਿਉਂਕਿ ਕਰਮਾਂ ਕਰਕੇ ਹੀ ਤੂੰ ਨੇੜੇ ਹੋਣਾ, ਕਰਮਾਂ ਕਰਕੇ ਹੀ ਤੂੰ ਦੂਰ ਹੋਣਾ। ਤੇ ਕਹਿੰਦੇ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੁਆ ਜਿਨ ਸਤਿਗੁਰ ਸਿਉ ਚਿਤ ਲਾਇਆ। ਤੇ ਆਤਮਾ ਸਰੀਰ ਨੂੰ ਕਹਿ ਰਹੀ ਹੈ ਕਿ
ਇਹ शरीर ਤਾਂ ਹੀ ਪ੍ਰਵਾਨ ਹੋਏਗਾ, ਸਫਲ ਹੋਏਗਾ ਜੇ ਤੂੰ ਪਰਮਾਤਮਾ ਨਾਲ ਆਪਣੇ ਚਿੱਤ ਨੂੰ ਲਾਏਗਾ। ਇੱਥੇ ਵੀ ਚਿੱਤ ਨੂੰ ਲਾਉਣ ਦੀ ਗੱਲ ਕਰ ਰਹੇ ਨੇ, ਮਾਲਾ ਲੈ ਕੇ ਜਪਣ ਦੀ ਗੱਲ ਨਹੀਂ ਕਰ ਰਹੇ। ਚਿੱਤ ਨੂੰ ਪਰਮਾਤਮਾ ਨਾਲ ਜੋੜਨ ਦੀ ਗੱਲ ਕਰ ਰਹੇ ਨੇ ਕਿ ਚਿੱਤ ਨੂੰ ਪਰਮਾਤਮਾ ਨਾਲ ਜੋੜ, ਤਾਂ ਇਹ ਸਰੀਰ ਵੀ ਸਫਲ ਹੋ ਜਾਏਗਾ, ਇਹ ਸਰੀਰ ਵੀ ਪ੍ਰਵਾਨ ਹੋ ਜਾਏਗਾ। ਇਸੇ ਲਈ ਜਿਹੜੇ ਸੰਤ ਭਗਤ ਮਹਾਂਪੁਰਸ਼ ਜਾਂਦੇ ਨੇ, ਬ੍ਰਹਮ ਗਿਆਨੀ ਜਾਂਦੇ ਨੇ ਸੰਸਾਰ ਤੋਂ, ਤੇ ਅਸੀਂ ਉਹਨਾਂ ਨੂੰ ਉਹਨਾਂ ਦੇ ਜਨਮ ਦੇ ਉਹਨਾਂ ਦੇ ਮਨਾਉਂਦੇ ਆ, ਪ੍ਰਕਾਸ਼ ਪੁਰਬ ਮਨਾਉਂਦੇ ਆ, ਉਹਨਾਂ ਦੇ ਜਨਮ ਦਿਹਾੜੇ ਮਨਾਉਂਦੇ ਆ। ਉਸ ਜਗ੍ਹਾ ਤੇ ਅਸੀਂ ਜਾਂਦੇ ਆ, ਬਹਿ ਕੇ ਧਿਆਨ ਕਰਨੇ ਆ, ਕੀਰਤਨ ਕਰਨੇ ਆ, ਕਿਉਂਕਿ ਉਹ ਥਾਂ ਵੀ ਪਵਿੱਤਰ ਹੋ ਜਾਂਦਾ ਹੈ, ਉਹ ਸਰੀਰ ਵੀ ਪਵਿੱਤਰ ਹੋ ਜਾਂਦਾ ਹੈ। कह नानक एहो शरीर परवान हुआ जिन सतगुर स्यों चित लाया। ਉਹੀ शरीर परवान होएगा जिनने परमात्मा नाल चित्त ਨੂੰ ਜੋੜਿਆ ਹੈ। ਇਹ ਆਤਮਾ शरीर नाल गल कर रही है, और किन्नी सोहनी तरह इत्थे आत्मा ने शरीर ਨੂੰ कर्म सिद्धांत समझाया कि तू जिहो जे कर्म करने ने, कर्मा करके ही तैनू परमात्मा दे नेड़ता मिलेगी या तू दूर हो जाएगा। कर्मा करके ही तैनू परमात्मा मिलेगा, ते तू परवान तां ही होएगा जे तू परमात्मा नाल चित लाएगा ते संसार नालों मन नू हटा के परमात्मा नाल जोड़। ऐसे वास्ते जिस वेले बुल्ले शाह गए अपने मुर्शद कोल, क्या मैं रब नू पाना चाहना, तो उन्होंने कहा बुलिया रब दा की पाना, इधरों पुटना ते इधर लाना, के मन नू संसार वालों हटा के परमात्मा नाल जोड़ लै। जिन्हें संसार वाल जोड़िया उन्हें संसार पीछे भजया, उन्हें संसार पाया। जिन्हें परमात्मा नाल जोड़िया, परमात्मा दी तांग रखी, परमात्मा दी खोज की, उन्हें परमात्मा पाया। हुण आत्मा और श्वासां दे विच आपस दी जिहड़ी गलबात है, हुण ओ भी हुंदी है कि जिस वेले आत्मा धरती ते आन लगदी है ते श्वासां नाल ही आत्मा शरीर च प्रवेश करदी है ते श्वासां नाल ही शरीर नूं छड्ड दिंदी है। इस श्वासां दा आत्मा दा करार है कि मैं तेरे नाल ही जावांगी, तेरे नाल ही वापस आवांगी। लेकिन जिस वेले संसार ते आ जांदी आत्मा, श्वासां नाल श्वास चलदे ने, जीवन शुरू हुंदा है ते संसार दियां रंग रलियां देख के मोह माया दे प्रभाव च आके आत्मा भुल ही जांदी है कि मैं श्वासां नाल वापस जाना है, और रंग रलियां विच मोह माया च इन्ना फस जांदी है कि ये आत्मा फिर जांदी नहीं श्वासां नाल वापस। ਉਹਨੇ जो बनाया संसार ते ओदे मोह माया विच संसार ते ही रह जांदी, भटकदी रह जांदी। एक आत्मा नूं 400 तो लैके 1000 जन्म तक लगदे ने, और जिस जन्म विच आत्मा नूं याद आ जांदा है कि मैं श्वासां नाल वापस जाना, वो जन्म आत्मा दा आखिरी जन्म हो जांदा है। श्वास कित्थों आंदे ने किसी नूं नहीं पता, कित्थे जांदे ने किसी नूं नहीं पता। परमात्मा दे दर तो आंदे ने, परमात्मा दे दर चले जांदे ने। श्वासां नूं रस्ता पता है। श्वास इस शरीर विच परमात्मा दा राजदूत ने। जिस तरह राजदूत नूं अपने मुल्क दी सारी खबर पता होंदी है, इसे तरह ये श्वास जिहड़े साडे राजदूत ने परमात्मा दे दरबार दे, इन्हां नूं परमात्मा दे दरबार दा राह पता है, हर चीज पता है। ते आत्मा करार करके आंदी मैं नाल वापस आ जावांगी, लेकिन इत्थे आके भुल जांदी है। मोह माया धन दौलत दे चक्रां विच पै के आत्मा जिस वेले श्वास जांदे ने, आत्मा नहीं जांदी, इत्थे ही रह जांदी है। ते फिर आत्मा कई समय तक भटकती रह जाती है। फिर नवा शरीर, फिर नवी भटकन, फिर नवा शरीर, नवा परिवार, नवी भटकन, और भटकदे 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 फिर हौली हौली जिस वेले जागदी है, परमात्मा दे रस्ते ते चलदी है, फिर आत्मा नूं याद आंदा है कि मैं श्वासां दे नाल ही वापस जाना है। और जिस जन्म विच आत्मा श्वासां नाल वापस जाती है, वो जन्म आत्मा दा आखिरी जन्म हो जाता है। ते ओ भुलिया होया सच ही असीं याद करना है। गर्भ विच आत्मा श्वासां नाल ही जुड़ी हुई सी परमात्मा नाल। श्वास चल रहे सी, श्वासां नाल ही आत्मा ने प्रवेश किया। हुण जिस वेले श्वास निकल जाणगे, आत्मा शरीर छड्ड देगी। ते आत्मा जे श्वासां नाल ही चली जाए ते रस्ता साफ है। लेकिन वो जाएगी किस तरह? जिस वेले असीं हर दिन मौत नूं याद रखांगे, ध्यान करांगे, साधां दी संगत करांगे, ए विषयां ते विचार करांगे, इन्हां नूं अपने अंदर वसावांगे, ते हौली हौली आत्मा दे अंदर ये बैठ जाएगा। जिहड़ा बार बार कहना चित्त लाओ परमात्मा नाल, ये चित्त विच साडे गहरे उतर जाएगा, साडी आत्मा च उतर जाएगा। और जिस वेले आत्मा च उतर जाएगा, जिस वेले श्वास शरीर छड्डणगे, आत्मा ते दौड़ के नाल ही चली जाएगी कि मेरा इत्थे हुण की काम है, ते जाना ते परमात्मा दे दर ते पहुंच जाएगी। ताई कहंदे चदरिया झीनी रे झीनी, राम नाम रस बीनी।
दास कबीर ने ओढ़ी चदरिया, ज्यों की त्यों धर दीनी चदरिया, चदरिया भीनी रे भीनी। जिस तरह परमात्मा दे दर तो साफ सुथरा प्रकाश रूप विच आया सी, उसे तरह वापस साफ सुथरा जाके परमात्मा दे दर ते पहुंच गया ते जीवन सफल हो गया, आत्मा दी यात्रा सफल हो गई। और जब तक यात्रा सफल नहीं होएगी, जब तक असी वापस शुद्ध होके पवित्र होके उसे प्रकाश रूप विच वापस नहीं जावांगे, एक चक्कर चलता ही रहेगा। हुण असी किन्ने जन्म लैने ने, किन्ना समय लगाना है, आलसी बन के बैठे रहना है कि मेहनत करनी है, उद्यम करना है, ते फिर असी तां अपना अगे दा रस्ता साफ करांगे। और ओदे बिना ते साडी गति नहीं। ते जागिए, होश करिए, बानी पढ़िए, बानी नूं समझिए, विचार करिए और हर दिन ध्यान करिए, क्योंकि बिना ध्यान तो कुछ भी समझ नहीं आएगा। ध्यान करांगे ते बानी विच असीं डुबकियां लगावांगे। सो बहुत बहुत तुहाडा धन्नवाद। होर भी किसी नूं ਇਹਦੇ 'ਚ ਹੋਰ ਵੀ ਵਿਚਾਰ ਆ ਸਕਦੇ ਨੇ, ਹੋਰ ਵੀ ਬਹੁਤ ਕੁਝ ਤੁਹਾਨੂੰ ਇਹਦੇ 'ਚ ਅੰਦਰੋਂ ਸਮਝ ਆ ਸਕਦਾ ਤੇ ਜਰੂਰ ਸਾਂਝਾ ਕਰਨਾ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ। ਇੱਕ ਨਵੇਂ ਵਿਸ਼ੇ ਨਾਲ ਫਿਰ ਤੁਹਾਡੇ ਨਾਲ ਮੁਲਾਕਾਤ ਕਰਾਂਗੇ। ਤਦ ਤੱਕ ਧਿਆਨ ਕਰੋ, ਬਾਣੀ ਪੜੋ, ਵਿਚਾਰ ਕਰੋ ਤੇ ਅਮਲਾਂ ਵਿੱਚ ਉਹਨੂੰ ਲੈ ਕੇ ਆਓ, ਕਰਮ ਚੰਗੇ ਕਰੋ। ਥੈਂਕ ਯੂ, ਥੈਂਕ ਯੂ, ਥੈਂਕ ਯੂ।